ਧੰਨ ਵਾਹਿਗੁਰੂ ਸਾਹਿਬ ਜੀਓ। ਬੁੱਧਵਾਰ ਬੁੱਧ ਕਰੈ ਪ੍ਰਗਾਸ, ਹਿਰਦੈ ਕਮਲ ਮੈਂ ਹਰ ਕਾ ਬਾਸ। ਗੁਰ ਮਿਲ ਦਉ ਏਕ ਸਮ ਧਰੈ, ਉਰਦ ਪੰਕ ਲੈ ਸੂਤਾ ਕਰੈ। ਗੁਰ ਮਿਲ ਦਉ ਏਕ ਸਮ ਧਰੈ, ਉਰਦ ਪੰਕ ਲੈ ਸੂਦਾ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤ ਦੇ ਨਿਯਮ ਅਨੁਸਾਰ ਸਵੇਰੇ ਸੂਰਜ ਚੜ੍ਹ ਜਾਂਦਾ ਹੈ, ਸਾਰੀ ਦਿਹਾੜੀ ਆਪਣਾ ਸਫ਼ਰ ਤੈਅ ਕਰਕੇ ਸ਼ਾਮ ਨੂੰ ਛੁਪ ਜਾਂਦਾ ਹੈ। ਇਸ ਸਮੇਂ ਨੂੰ ਅਸੀਂ ਦਿਨਾਂ ਦੇ ਨਾਂ ਨਾਲ ਯਾਦ ਕਰਨੇ ਹਾਂ। 7 ਦਿਨ ਅਸੀਂ ਹਫ਼ਤੇ ਦੇ ਬਣਾਏ ਹੋਏ ਨੇ। ਉਹਨਾਂ ਦਿਨਾਂ ਵਿੱਚੋਂ ਅੱਜ ਸਤਿਗੁਰੂ ਜੀ ਨੇ ਬੁੱਧਵਾਰ ਦੀ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਹੈ। ਪੁਰਾਣੇ ਸਮੇਂ ਦੇ ਵਿੱਚ ਇੱਕ ਕਹਾਵਤ ਕਹੀ ਜਾਂਦੀ ਸੀ, ਉਹਦਾ ਤੱਤ ਭਾਵ ਤਾਂ ਅਸੀਂ ਨਹੀਂ ਸਮਝ ਪਾਏ, ਪਰ ਉਹਦੀ ਗੱਲ ਸਾਨੂੰ ਹਜੇ ਵੀ ਚੇਤੇ ਹੈ। ਉਹ ਹੁੰਦਾ ਸੀ ਵੀ ਬੁੱਧ ਕੰਮ ਸੁਧ। ਇਹਦੇ ਤੋਂ ਇੱਕ ਭਰਮ ਪੈਦਾ ਕਰ ਲਿਆ ਵੀ ਬੁੱਧਵਾਰ ਵਾਲੇ ਦਿਨ ਕੰਮ ਕਰੀਏ ਤੇ ਉਹ ਰਾਸ ਆ ਜਾਂਦਾ ਹੈ, ਉਹ ਸੁੱਧ ਹੋ ਜਾਂਦਾ ਹੈ, ਸਫਲ ਹੋ ਜਾਂਦਾ ਹੈ। ਪਰ ਗੁਰਦੇਵ ਨੇ ਇਹਨਾਂ ਭਰਮਾਂ ਚੋਂ ਸਾਨੂੰ ਕੱਢਿਆ। ਉਹਨਾਂ ਆਖਿਆ ਨਹੀਂ ਭਲਿਆ, ਦਿਨ ਤੇ ਭਾਵੇਂ ਕੋਈ ਵੀ ਹੋਵੇ, ਅਗਰ ਅਕਲ ਨਾਲ ਕੀਤਾ ਹੋਇਆ ਕੰਮ ਹੈ ਤੇ ਉਹ ਸਫਲ ਹੋਏਗਾ। ਜਿਹੜੀ ਇਹ ਕਹਾਵਤ ਵੀ ਸੀ ਬੁੱਧ ਕੰਮ ਸੁਧ, ਇਹਦਾ ਅਸਲ ਵਿੱਚ ਅਰਥ ਤੇ ਇਹ ਸੀ ਵੀ ਜਿਹੜਾ ਕੰਮ ਬੁੱਧੀ ਨਾਲ ਕਰਾਂਗੇ, ਅਕਲ ਨਾਲ ਕਰਾਂਗੇ, ਉਹ ਸਫਲ ਹੋਏਗਾ। ਹੁਣ ਅਸੀਂ ਉਹ ਤੱਤ ਭਾਵ ਤੇ ਸਮਝ ਨਹੀਂ ਪਾਏ। ਗੁਰਦੇਵ ਨੇ ਬੜੀ ਪਿਆਰੀ ਵਿਚਾਰ ਬਖਸ਼ਿਸ਼ ਕੀਤੀ। ਕਹਿਣ ਲੱਗੇ ਦਿਨ ਦਾ ਨਾਂ ਤੇ ਭਾਵੇਂ ਕੋਈ ਵੀ ਹੋਵੇ, ਮਸਲਾ ਤੇ ਆਪਣੇ ਜੀਵਨ ਅੰਦਰ ਗੁਰੂ ਕੋਲੋਂ ਅਕਲ ਲੈ ਕੇ, ਮੱਤ ਲੈ ਕੇ ਆਪਣੀ ਜੀਵਨ ਦੀ ਸਫਲਤਾ ਦੇ ਲਈ ਉਹ ਕਾਰਜ ਕਰਨਾ ਹੈ। ਛੋਟੇ ਮੋਟੇ ਕੰਮ ਤੇ ਚਲੋ ਆਪਾਂ ਵੈਸੇ ਸੁਭਾਵਿਕ ਵੀ ਹੋ ਸਕਦੇ ਨੇ, ਪਰ ਇਹ ਗੱਲ ਚੇਤਾ ਰੱਖਿਓ, ਜਿਹੜੀ ਜੀਵਨ ਦੀ ਸਫਲਤਾ ਹੈ ਇਹ ਗੁਰੂ ਤੋਂ ਬਿਨਾਂ ਨਹੀਂ ਹੋਣੀ, ਇਹ ਗੁਰੂ ਕੋਲ ਮਿਲ ਕੇ ਹੀ ਹੋਣੀ ਹੈ। ਗੁਰੂ ਕੋਲ ਆ ਕੇ ਫਿਰ ਪੁੱਛਣਾ ਪੈਂਦਾ, ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਔਰ ਮੈਂ ਇਤਨੀ ਅਰਜ਼ ਕਰਾਂ, ਜਦੋਂ ਆਪਾਂ ਸੰਸਾਰ ਵਿੱਚ ਵੇਖਦੇ ਹਾਂ ਤੇ ਪਦਾਰਥ ਮੰਗਣ ਵਾਲਿਆਂ ਦੀ, ਸੁੱਖ ਮੰਗਣ ਵਾਲਿਆਂ ਦੀ, ਹੋਰ ਚੀਜ਼ਾਂ ਦੁਨਿਆਵੀ ਮੰਗਣ ਵਾਲਿਆਂ ਦੀ ਇੱਕ ਬੜੀ ਲੰਮੀ ਲਿਸਟ ਹੈ ਲੋਕਾਂ ਦੀ। ਪਰ ਕੋਈ ਵਿਰਲਾ ਹੋਏਗਾ ਜਿਹੜਾ ਗੁਰੂ ਚਰਨਾਂ ਵਿੱਚ ਆ ਕੇ ਇਹ ਅਰਦਾਸ ਕਰਦਾ ਹੈ, ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ, ਸਾਮਤ ਦੀਜੈ ਜਿਤ ਤੁਧ ਤੇ ਆਈ। ਮੈਨੂੰ ਉਹ ਅਕਲ ਦੇ, ਮੈਨੂੰ ਉਹ ਮੱਤ ਦੇ, ਕਿਉਂਕਿ ਮੈਨੂੰ ਪਤਾ ਲੱਗ ਗਿਆ ਮਾਲਕ ਜੀ, ਮੈਂ ਤੇਰੀ ਦਿੱਤੀ ਅਕਲ ਤੋਂ ਬਿਨਾਂ ਧਰਮ ਦੇ ਕੰਮ ਵੀ ਕਰਾਂ ਉਹ ਵੀ ਪ੍ਰਵਾਨ ਨਹੀਂ ਹੁੰਦੇ। ਆਮ ਕੰਮ ਤੇ ਬੜੀ ਦੂਰ ਦੀ ਗੱਲ ਹੈ। ਜੇ ਤੂੰ ਅਕਲ ਨਾ ਦੇਵੇਂ, ਜੇ ਤੂੰ ਮੱਤ ਨਾ ਦੇਵੇਂ, ਤੇਰੀ ਮੱਤ ਤੋਂ ਬਿਨਾਂ ਧਰਮ ਦੇ ਕੰਮ ਵੀ ਪ੍ਰਵਾਨ ਨਹੀਂ ਹੁੰਦੇ। ਆ ਸਾਰੇ ਧਾਰਮਿਕ ਕੰਮਾਂ ਦੀ ਲਿਸਟ ਹੈ। ਤੁਸੀਂ ਬਹੁਤ ਵਾਰੀ ਪੜ੍ਹਦੇ ਹੋਵੋਗੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਬਨ ਭਯੰਗਮ ਸਾਧੇ
पंच जना से संग न छुटक्यो, अधिक अंग बुद्ध बाधे प्यारे, इन बिच मिलन ना जाई, मैं किए कर्म अनेका, हार परियो स्वामी के द्वारे, जीजे बुद्ध विवेका। मैनू अकल दे पाठ किमें करना है, मैनू अकल दे सेवा किमें करनी है, मैनू अकल दे मालिक में वर्त विहार किहो जिहा करना है, गुरु कोलों मत लेके विचरांगे तो यकीनन सफलता मिलेगी। गुरु फिर दसदा भलिया, प्रभ के सिमरन रित सिद्ध नौ निध, प्रभ के सिमरन ज्ञान ध्यान तत् बुद्ध। तत् वाली जिहड़ी बात है वो केवल गुरु दे सकता है, गुरु तो बिना नहीं। कई बारी असीं अपने आप को बहुत सियाणा समझते हैं। गुरबाणी विच बड़े प्यारे बचन आए ने, साहिब आखते ने, नानक गुरु ना चेतनी, मन अपने सुचेत। जेड़े गुरु की गल तो नहीं मनते पर अपने आप च सोचते ने मैं बहुत सियाणा। हजूर ने बड़ी प्यारी बात बख्शी है, मालिक जी नानक गुरु ना चेतनी, मन अपने सुचेत, छुट्टे तिल बुआड़ ज्यों, सुने अंदर खेत। अजकल बहुत उदाहरण ऐसियां ने जिहड़ियां अजोके समय विच साडी जिंदगी की शैली कुछ होर ढंग की बन जाण करके उन्हां नाल साडा संबंध टुट गया। पर मैं सौखा कर दियां, जदों किसान खेती करदा है ते तिलां दी खेती करदा है, उदों दो तिलां दे बूटे खलोते ने, एक दे विच स्वाह है, जिहड़े तिलां दा फल लगदा है ਉਹਦੇ ਵਿੱਚ ਸਵਾਹ ਰਾਖ ਜਿਹੀ ਕਾਲਖ ਜੀ ਭਰ ਜਾਂਦੀ ਹੈ ਕਿਸੇ ਕਿਸੇ ਵਿੱਚ, ਤੇ ਬਾਕੀ ਤਿਲਾਂ ਦੇ ਵਿੱਚ ਜਿਹੜੇ ਉਹ ਤਿਲ ਭਰੇ ਹੋਏ ਨੇ। ਹੁਣ ਇਹ ਦੋਏ ਤਿਲਾਂ ਦੇ ਬੂਟੇ ਆਪਸ ਵਿੱਚ ਹੀ ਗੱਲਾਂ ਕਰਦੇ ਨੇ। ਉਹ ਤਿਲਾਂ ਦਾ ਬੂਟਾ ਜਿਹਦੇ ਵਿੱਚ ਕਾਲਖ, ਉਹ ਕਹਿਣ ਲੱਗਿਆ, ਗੁਰਮੁਖ ਨੂੰ ਵੀ ਜਦੋਂ ਹਵਾ ਆਉਂਦੀ ਤੂੰ ਥੋੜਾ ਜਿਹਾ ਝੂਲਦਾ, ਤੂੰ ਆਨੰਦ ਕਿਉਂ ਨਹੀਂ ਲੈਂਦਾ? ਜਦੋਂ कोई कारण बनता है तो तू बड़ा संकोचवान जे जीवन गुजारना है। उन्हें आखिया, भलिया तेनू पता नहीं, मालिक आपां नूं खाद दिंदा है, मालिक आपां नूं पानी दिंदा है, मालिक अपनी राखी करदा है, मालिक अपने खेत विच सानूं थां दिंदा है। ते मेरा भी फर्ज बनता है भी जदों मालिक मेरे कोल आवे ते मैं तिलां दे नाल उहदी झोली भरदी हां। इतनी कुछ के मुकाबले विच मैं उन्होंने फल भी दियाँ जिन्हें इन्नी सेवा की है। दूजा कहन लग्या, तेनू भुलेखा बड़ा बड़ा, मालिक खाद पाउंदा तेनू कल्ले नूं पाउंदा, मैनू नहीं पाउंदा, मैनू भी तो खाद बराबर मिलती है। पानी दिंदा मैनू नहीं दिंदा, तेनू कल्ले नूं दिंदा। राखी करदा है ते मैनू नहीं राखी करदा, बाड़ नहीं की हुई, सारे खेत नूं कीती हुई है। वो कहन लग्या भी मैं तेनों इस गल का जवाब अज नहीं दे सकता, कदे वक्त आया तो जरूर देंगा। अज वक्त आया। मालिक ने आख्या भी जेड़े तिलों के बूटियां च तिल ने उन्होंने तो मेरे घर ले चलो, जिन्हां च कालख है उन्होंने छड्ड दिओ। साहिब आखते ने, कहते चेते रखियो, नानक गुरु न चेतनी, मन अपने सुचेत, छुट्टे तिल बुआड़ ज्यों, सुने अंदर खेत, खेते अंदर छुट्टियां, कहो नानक सोना, फलिए फुलिए बपड़े, भीतन विच सुआह। कहंगे उन्हां विच सुआह है, हुण मालिक ने उन्हां दी राखी नहीं करनी, हुण उन्हां नूं खाद नहीं पाउणी, हुण उन्हां नूं पानी नहीं देना, खाली ते खाली रह गए। कितना चंगा होवे जे किते गुरु कोल आ जाइए। गुरु दसेगा मना, जे तू अकल लतीफ, काले लिख ना लेख। मनिया तू अकल वाला है, तू सियाणप वाला है, चलो मान ले इन्ने सियाणप वाला है, फिर माड़े काम क्यों करना है? फरीदा, जे तू अकल लतीफ, काले लिख ना लेख, अपनड़े गिरीवान में सिर नीवा कर देख। अपने अंदर झात मार के देख, तेनू अपने ही अंदरों पता लग जाना। याद रखियो जे जदों बंदा कुदरत राणी की गोद में आउंदा है, उदों इहदी उम्र भी छोटी हुंदी है ते उदों इहदी अकल भी छोटी हुंदी है। पर समय के बहण नाल कई बारी की हुंदा है, उम्र वड्डी हो जाती है, अकल छोटी रह जाती है, और लोग ठोकरां खाण जोगे रह जाते हैं। कई बारी ऐसा भी हुंदा है, उम्र छोटी रहेगी पर अकल अगे निकल गई, तो गुरु उन्होंने कहता भी ये बुढ़ा नहीं,
ये तो बाबा बुढ़ा है, 12 साल की सारी उम्र है। उम्र छोटी रह गई पर अकल इन्नी अगे निकल गई। गुरु ने आख्या इनू तखत ते बिठा दियो, ये हर कृष्ण नहीं है, ये गुरु हर कृष्ण साहब बन गए ने। उम्र छोटी रह गई, अकल अगे निकल गई। कोई 7 साल की उम्र के बच्चे नूं मत्था टेके ते उन्होंने कहे बाबा फतेह सिंह, शरीर करके नहीं सजना, वो अकल करके सी। उन्होंने अकल गुरु कोलों ले ली, उन्होंने मत गुरु कोलों ले ली। भाई वीर सिंह का एक बचन है बड़ा प्यारा, वो कहते वेखियो किते भुलेखे विच न रह जाओ। कहते कई बारी बंदे नूं हुंदा मैं एडी कथा करना है, मैं एडा सियाणा, मेरी गल का लोगों से प्रभाव है। बड़ा प्यारा बचन है भाई वीर सिंह का। कहते सिर कचकौल बना हथ लीता, पढ़िया द्वारे फिरिया। मैं सिर का बाटा बना के पढ़े लिखे लोगों को गया, 4 गल्लां इहदियां किताब चों ले लियां, 4 गल्लां इहदी किताब चों ले लियां, मैं सियाणा समझण लग पिया। सिर कचकौल बना हथ लीता, पढ़िया द्वारे फिरिया। दर दर दे टुक मंग मंग पाए, तुन तुन के ए भरिया। भरिया जान आफरिया मैसा जाना, पंडित होया। टिके ना पैर जमी ते मेरा ऊंचा हो तुरिया। एक दिन एक चकौल ले गया, मुर्शद मूरे धरिया। झूठ झूठ कर उस उल्टाया, खाली सारा करिया। मल मल के फिर धोता, इसनों झूठ इल्म दी लाही। वेखो एक चकौल लिशकिया, कमल वांग फिर खिड़िया। गुरु कहन लगे दुनिया के ज्ञान का झूठे टुकड़ मंगी फिरना है, तेरे अपने अनुभव चों कोई ज्ञान पैदा होया? छड्ड इन्हां गल्लां नूं, तो गुरु की गल कदे सुनी है? सच करके जानियो। गुरु फिर दसदा पुत, पढ़िया होवे गुनहगार तां ओमी साध न मारीए। ओमी का अर्थ हुंदा अनपढ़। एवें लोगों वाल वेख के ना फैसला कर लिया कर भी पढ़िया लिखिया बंदा गुनाहगार बन गया, उन्हें माड़ा काम कर लिया, तो मेरा हाल की होना जे पढ़े लिखे करते हैं। ये ना कह, ये ना कह पढ़िया होवे गुनहगार तो ओमी साध न मारीए। जरूरी नहीं भी उस अनपढ़ नूं सजा मिले, वो कम चंगे ने। तो ओमी साध न मारीए, जेही गल है कालना ते वेखो नौ पचारीए। जेहो जी तेरी कालना है वो अज तेरा नाम पै जाना। कपड़े वधिया पा ले, कथा कर ली, करदा चोरियां, मत सोची लोग तेनों चंगा ना देणगे, चोरी कहणगे। ते वेखो नौ पचारीए। पढ़िया अते ओमिया विचार अगे विचारीए। ऐसी कला ना खेडीए, जित दरगे गया हारीए। पढ़िया अते ओमिया विचार अगे विचारीए। मुँह चले सो अगे मारीए। कहते फैसला तो मालिक के घर होना है भी कौन पढ़िया कौन नहीं पढ़िया। कई पढ़े लिखे उकड़े यार ने, कई अनपढ़ भी बहुत उच्चिया मंजिलों पर पहुँच जाते हैं। याद रखियो, अलाउद्दीन खिलजी, शिवाजी मराठा, अकबर बादशाह ते महाराजा रणजीत सिंह कोरे अनपढ़ ने। कोरे अनपढ़ सहन भी नहीं सी कर सकते, पर दुनिया च उन्हों की गल है, संसार च उन्हों की गल है। बेनती कर रहा सन गुरु को ला, गुरु तेनू मत देवेगा, बस उस मत नूं धारण कर लो। खडूर साहिब की धरती है। एक पुरख प्रेमी आया, मत्था टेकिया, 5 7 10 बंदे नाल ने। मत्था टेक के बैठ गया, अखां चों अथरू बह तुरे। सतगुरु बड़ा कुछ मालिक ने बख्शिश किया है, पर जिंदगी बहुत बुरी है। साहब कहते क्यों? कहते धन दौलत बहुत है, सारा कुछ बहुत है, चौधरी है इलाके का, लोग सलामा करते हैं। पर कई बारी की होंगे, परा पंचायत में बैठा होना तो मैनू मिर्गी का दौरा पै जाता, उधर दौरा पै जाता, मैं थले डिग पैना। जिहड़ी पग नूं लोग सलामा करते हैं लोगों के पैरों च रुल जाती। हजूर हस के कहन लगे, उहदा नाम सी मलूका।
कहन लगे मलूकिया शराब छड्ड दे, सच करके जानी मिर्गी तैनू छड्ड जाएगी। दो शब्द थोड़े ध्यान में रखियो। एक हुंदा गुरु का उपदेश दसिया, एक हुंदा गुरु का उपदेश वसिया। दसिया ते वसिया विच अंतर है। गुरु दसदा ते सारियां नूं है, पर कोई करोड़ां च विरला जी के दिल च वसदा भी है, सुन के छड्ड जाने हैं। उन्हें शराब छड्ड दित्ती, देह रोकता मिल गई, बड़े सुख नाल अंदरां रहन लग पिया। एक दिन सज्जन मित्र मिले, बदलबाई हुई। सज्जन मित्र मिले, वो किहड़े गुरु के आखे लग बैठा, आ दुनिया किड्डी सोहनी तो इवें गुजारन लगे। थोड़ा जिहा मन ते बंदे दा आप भी हुंदा है, थोड़ा बहुता फोर्स कर देंदे ने लोग। उस दिन फिर शराब पी ली। शराब ही नहीं पीती, जित पीते खसम विसरे, मालिक भुल गया। कोठे चढ़ के गुरु अंगद साहब नूं कहन लग गया, वो एवें तू दुनिया चक्करां च पाई है, मैनूं ते अज पता लग्या जीवन की हुंदा है। तेरे आखे लग के एवें 2 साल छड्डी रखी। इन्ना कुछ गलत बोलण लग पिया, पैर उखड़ जाते नशेड़ी बंदे दे, नहीं टिका बन सकिया, छत तो थले डिग पिया। उस वेले जिंदगी का खात्मा हो गया। फिर पता लग्या आंढ गुआंढ नूं, घरदियां नूं, किते गुरु का उपदेश केवल दसिया नहीं, दिल च वसिया हुंदा। गुरु की गल किते गुरु की मत लई हुंदी। मैं वेख्या बंदा कड़ा प्रसाद दा कणका भी थल्ले नहीं डिगण दिंदा, लै जांदा घर नूं, थल्लिओ चुक भी लैंदा बहुत बारी। लंगर की एक बुरकी भी छड्डनी नहीं चाहुंदा, किसी तरह गलती ना हो जाए। पर याद रखियो, ये प्रसाद नूं भी संभाल लैंदा है, लंगर नूं भी संभाल लैंदा है, रमालियां नूं भी संभाल लैंदा है, चौर नूं भी संभाल लैंदा है, सारियां चीज़ां नूं संभाल लैंदा है। संभालदा नहीं तां कदे गुरु के उपदेश नूं नहीं संभालदा। गुरु उपदेश नूं संभाल के वेख, जीवन की बेड़ी पार हो जाएगी। धन गुरु अमरदास जी ने गुरगद्दी देनी सी, अपने दोवें चवाई बाबा रामा जी ते बाबा जेठा जी दोनों नूं आख्या पुत थड़े बनाओ। दोने थड़े बनाउण लग पे। थड़े बनाउंदियां 3 दिन बीत गए। गुरु रोज नकार देंदा है, अज भी गुरु ने नकार दिते। बाबा रामा कहन लग्या भी आ पिया तुहाडा समान, ते हुण कल नहीं जे बनाउणे। कहंदे क्यों? कहन लगे आप कहो जिम बिसरै फेर, इसमें दोष आहे क्या मेर। तुहाडी बजुर्ग उम्र हो गई है, तुसी जिमें कह के आउंदे हो, सवेरे कुछ कहंदे हो, शाम नूं भुल जांदे हो, फिर नुक्स कढ़ दिंदे हो थड़े विच। गुरु रामदास जी कोल गए, बाबा जेठा जी कोल गए, कहन लगे पुत जेठिया थड़ा तू भी ठीक नहीं बनाया। कहंदे बादशाह बनना भी नहीं, मैं भी समान धो के रख दिता है। कहंदे क्यों? कहंदे सतगुरु हाँ अजान नित भूलन हारो। मैं अनजान है, रोज ही भुल जाना, जो तू कहना मैनू भुल जाता है। हाँ अजान नित भूलन हारो, तुम कृपाल निज बिरद समारो। तू कृपालू है, तू अपने सुभाव की पहचान कर। जिन्ना चिर मेहर भरे हाथ नहीं रखता, उन्ना चिर थड़ा ठीक नहीं बनना। गुरु ने घुट के सीने नाल ला लिया। गुरु ने थड़े की करने ने? गुरु ने तो इन्नी गल वेखनी कि अंदर अपनी अकल वसदी है, कि अंदर गुरु की अकल वसदी है। मैं वेख्या जोड़ी बजाउण वाले, कीर्तन करन वाले जोड़ी नूं बड़ा संभाल के रखते हैं। कोई बच्चा हाथ ला देवे, भज के आउंदे ने, इवें लगदा जिवें जिंद निकल चली होवे, बड़ा प्यार है। पर जब खुद बजाउण लगते हैं तो हथौड़ी लेके दुआले हो जाते हैं। कोई बंदा पूछे भी भलिया बच्चे दे हाथ लाया भी तेनों घबराहट हो गई सी ते आप हथौड़ी नाल? वो कहंदा असल च कारण है मैनू सुरज करना ताकि ये
ਉਹ ਬੋਲੀ ਬੋਲੇ ਜਿਹੜੀ ਪ੍ਰਵਾਨ ਹੋ ਜਾਏ। ਇਹ ਉਹ ਨਾ ਬੋਲੇ ਜਿਹੜੀ ਪ੍ਰਵਾਨ ਨਾ ਹੋਵੇ। ਮੈਂ ਠੋਕਰਾਂ ਤੇ ਮਾਰਦਾ ਥੋੜੀਆਂ ਦੀਆਂ, ਪਰ ਇਹਨੂੰ ਕਿਸੇ ਭਲੀ ਗੱਲ ਬੋਲਣ ਵਾਸਤੇ ਮਾਰਨਾ। ਸੱਚ ਕਰਕੇ ਜਾਣਿਓ, ਗੁਰੂ ਵੀ ਕਈ ਵਾਰੀ ਠੋਕਰਾਂ ਮਾਰਦਾ ਹੈ। ਜਿਸ ਦਿਨ ਸਾਡੇ ਚੋਂ ਆਵਾਜ਼ ਗੁਰੂ ਦੀ ਨਿਕਲਣ ਲੱਗ ਪੈਂਦੀ, ਅੰਦਰੋਂ ਗੁਰੂ ਬੋਲਣ ਲੱਗ ਪੈਂਦਾ, ਮਾਲਕ ਬੋਲਣ ਲੱਗ ਪੈਂਦਾ, ਉਸ ਦਿਨ ਪ੍ਰਵਾਨ ਹੋ ਜਾਂਦੀ। ਅੱਜ ਬੁੱਧਵਾਰ ਦਾ ਦਿਨ ਸਤਿਗੁਰੂ ਨੇ ਬੜੀ ਕਿਰਪਾ ਕੀਤੀ। ਵਿਪਰਵਾਦੀ ਸੋਚ ਦੀ ਇਹ ਗੱਲ ਸੀ ਭਈ ਬੁੱਧਵਾਰ ਵਾਲੇ ਦਿਨ ਕੰਮ ਕਰੀ ਜੇ ਕੰਮ ਰਾਸ ਆ ਜਾਣਾ। ਗੁਰੂ ਕਹਿਣ ਲੱਗਿਆ ਬਿਲਕੁਲ ਨਹੀਂ, ਕੰਮ ਤੇ ਭਾਵੇਂ ਵੀਰਵਾਰ ਵਾਲੇ ਦਿਨ ਕਰ ਲਈ, ਪਰ ਕਰੀ ਅਕਲ ਨਾਲ। ਅਕਲ ਵੀ ਆਪਣੀ ਨਹੀਂ, ਗੁਰੂ ਦੀ ਅਕਲ ਲੈ ਕੇ, ਫਿਰ ਪਾਰ ਹੋ ਜਾਏਗਾ, ਮਾਲਕ ਦੇ ਘਰ ਕਬੂਲ ਹੋ ਜਾਏਗਾ। ਅੰਮ੍ਰਿਤ ਬਾਣੀ ਦਾ ਬਚਨ ਹੈ, ਬੁੱਧਵਾਰ ਬੁੱਧ ਕਰੇ ਪ੍ਰਗਾਸ। ਬੁੱਧਵਾਰ ਨੂੰ ਇਵੇਂ ਮਨਾ, ਗੁਰੂ ਕੋਲੋਂ ਮੱਤ ਲੈ ਕੇ, ਗੁਰੂ ਕੋਲੋਂ ਅਕਲ ਲੈ ਕੇ ਉਹਦਾ ਪ੍ਰਗਾਸ ਕਰ, ਉਹਦਾ ਚਾਨਣ ਕਰ। ਉਸ ਗੁਰੂ ਦੀ ਮੱਤ ਦੀ ਰੋਸ਼ਨੀ ਵਿੱਚ ਜੀਵਨ ਗੁਜ਼ਾਰ ਕੇ ਦੇਖ। ਜਿਹੜਾ ਗੁਰੂ ਦੇ ਆਖੇ ਲੱਗਿਆ ਉਹਦੇ ਜੀਵਨ ਵਿੱਚ ਕਦੇ ਠੋਕਰ ਨਹੀਂ ਆਉਂਦੀ। ਯਾਦ ਰੱਖਿਓ, ਜਦੋਂ ਅਸੀਂ ਗੁਰੂ ਤੋਂ ਵਿਛੜ ਜਾਂਦੇ ਹਾਂ, ਆਪਣੀ ਅਕਲ ਵਰਤਦੇ ਹਾਂ, ਠੋਕਰਾਂ ਉਦੋਂ ਹੀ ਨੇ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸਾਨੂੰ ਲੱਗਣ ਲੱਗ ਪੈਂਦਾ ਅਸੀਂ ਸਿਆਣੇ ਹੋ ਗਏ। ਸਿਆਣੇ ਨਹੀਂ, ਅਸੀਂ ਚਲਾਕ ਹੋ ਜਾਂਦੇ ਹਾਂ। ਗੁਰੂ ਚਲਾਕ ਨਹੀਂ ਕਰਦਾ, ਗੁਰੂ ਸਿਆਣੇ ਕਰਦਾ ਹੈ। ਗੁਰੂ ਸਿਆਣੇ ਕਰਦਾ ਹੈ। ਕਦੇ ਪੜ੍ਹਿਓ ਬਾਣੀ ਦੇ ਵਿੱਚੋਂ ਬਚਨ ਆਉਂਦੇ ਨੇ, ਗੁਰੂ ਇਆਣੀ ਤੋਂ ਸਿਆਣੀ ਕਰਦਾ ਹੈ। ਇਆਨੜੀਏ ਮਾਨੜਾ ਕਾਹੇ ਕਰੇ, ਤੂੰ ਇਆਣੀ ਨਾ ਬਣ ਚੱਲੀਏ, ਸਿਆਣੀ ਬਣ। ਤੈਨੂੰ ਕੱਲ ਆਪਣੇ ਪਤੀ ਨਾਲ ਵਾਸਤਾ ਪੈਣਾ, ਮਾਲਕ ਨਾਲ ਵਾਸਤਾ ਪੈਣਾ। ਅਸੀਂ ਚਲਾਕੀਆਂ ਕਰਨੇ ਆ। ਸਿਆਣੇ ਗੁਰੂ ਬਣਾਉਂਦਾ, ਗੁਰੂ ਚਲਾਕ ਨਹੀਂ ਬਣਾਉਂਦਾ। ਛੋਟੀ ਜਿਹੀ ਗੱਲ ਇੱਕ ਹੋਰ ਕਹਿ ਦਿਆਂ। ਇੱਕ ਰਾਜੇ ਨੇ ਆਪਣੇ ਦਰਬਾਰੀਆਂ ਦਾ ਸਨਮਾਨ ਕੀਤਾ। ਜਿਹੜੇ ਵਜ਼ੀਰ ਨੇ ਉਹ ਲਿਸਟ ਬਣਾਈ ਸੀ, 2-4 ਵਜ਼ੀਰਾਂ ਇਕੱਠੀਆਂ ਹੋ ਕੇ ਲਿਸਟ ਬਣਾਈ ਸੀ। ਲਿਸਟ ਦੇ ਮੁਤਾਬਕ ਤਾਂ ਇਨਾਮ ਦਿੱਤਾ ਹੀ ਦਿੱਤਾ, ਪਰ ਉਸ ਰਾਜੇ ਨੇ ਇੱਕ ਸਾਦੇ ਜਿਹੇ ਬੰਦੇ ਨੂੰ, ਜਿਹੜਾ ਬੋਲਦਾ ਵੀ ਬਹੁਤਾ ਨਹੀਂ ਸੀ ਤੇ ਬਹੁਤੀ ਚਲਾਕੀ ਵੀ ਨਹੀਂ ਸੀ, ਉਹਨੂੰ ਸਭ ਤੋਂ ਪਹਿਲਾ ਨਾਮ ਉਹਨੂੰ ਦੇ ਦਿੱਤਾ। ਦਰਬਾਰੀਆਂ ਇਤਰਾਜ਼ ਕੀਤਾ, ਬਈ ਰਾਜਨ, ਇੱਕ ਪਾਸੇ ਤੁਸੀਂ ਸਾਨੂੰ ਕਿਹਾ ਲਿਸਟ ਬਣਾਓ, ਅਸੀਂ ਲਿਸਟ ਬਣਾ ਕੇ ਦਿੱਤੀ ਤੇ ਇਹਦਾ ਤਾਂ ਲਿਸਟ 'ਚ ਨਾਂ ਹੀ ਨਹੀਂ। ਰਾਜਾ ਹੱਸ ਪਿਆ, ਕਹਿੰਦਾ ਇਹ ਤਾਂ ਲਿਸਟ 'ਚ ਨਾਂ ਨਹੀਂ, ਮੈਨੂੰ ਪਤਾ ਤੁਸੀਂ ਲਿਸਟ 'ਚ ਲਿਖਣਾ ਹੀ ਨਹੀਂ ਸੀ, ਇਹਦਾ ਨਾਂ ਮੇਰੇ ਦਿਲ 'ਚ ਲਿਖਿਆ ਹੋਇਆ। ਕਹਿੰਦੀ ਉਹ ਕਿਵੇਂ? ਕਹਿੰਦੇ ਤੁਸੀਂ ਸਾਰੇ ਚਲਾਕੀਆਂ ਕਰਦੇ ਹੋ। ਕੋਈ ਦੇਖਣ ਲੱਗ ਪੈਂਦਾ ਤੇ ਤੁਸੀਂ ਭੱਜੇ ਫਿਰਦੇ ਹੋ ਫੈਲਾ ਲੈ ਕੇ, ਕੋਈ ਕੁਛ ਲੈ ਕੇ ਫਿਰਦਾ, ਕੋਈ ਕੁਛ ਲੈ ਕੇ ਫਿਰਦਾ। ਜਦੋਂ ਕੋਈ ਦੇਖਦਾ ਹੋਵੇ ਮੈਂ ਪਾਸੇ ਹੋ ਜਾ, ਤੁਸੀਂ ਉਸੇ ਵੇਲੇ ਰੱਖ ਦਿੰਦੇ ਹੋ, ਮੈਨੂੰ ਪਤਾ ਹੈ ਤੁਹਾਡਾ। ਪਰ ਇਹ ਬੰਦਾ ਕੰਮ ਇਵੇਂ ਕਰਦਾ, ਇਹਨੂੰ ਕੋਈ ਦੇਖੇ ਤੇ ਭਾਵੇਂ ਨਾ ਦੇਖੇ, ਤੇ ਇਹਦੀ ਹੁਣ ਦਿਲ 'ਚ ਮੇਰੇ ਥਾਂ, ਇਹਦੀ ਦਰਬਾਰ 'ਚ ਨਹੀਂ, ਇਹਦੀ ਮੇਰੇ ਦਿਲ 'ਚ ਵੀ ਥਾਂ ਬਣ ਗਈ। ਸੱਚ ਕਰਕੇ ਜਾਣਿਓ, ਸਾਨੂੰ ਗੁਰੂ ਤੇ ਯਕੀਨ ਹੀ ਨਹੀਂ ਆਉਂਦਾ। ਹਜ਼ੂਰ ਕਿਰਪਾ ਕਰਦੇ ਨੇ, ਹਿਰਦੇ ਕਮਲ ਮੈਂ ਹਰ ਕਾ ਬਾਸ। ਹਿਰਦੇ ਕਮਲ ਦੇ ਵਿੱਚ, ਹਿਰਦੇ ਰੂਪ ਕਮਲ ਵਿੱਚ, ਅੰਦਰ ਅੰਤਰਾਤਮੇ ਭਾਵ, ਉਹਦੇ ਕਿਰਦਾਰ ਵਿੱਚ, ਉਹਦੇ ਕੰਮਾਂ ਵਿੱਚ, ਉਹਦੀ ਸੋਚ ਵਿੱਚ, ਉਹਦੇ ਵਿਚਾਰ ਵਿੱਚ ਹਰ ਕਾ ਬਾਸ, ਹਰੀ ਦਾ ਵਾਸਾ ਹੋ ਜਾਏਗਾ, ਰੱਬ ਦਾ ਵਾਸਾ ਹੋ ਜਾਏਗਾ। ਥੋੜਾ ਜਿਹਾ ਇਸ ਗੱਲ ਨੂੰ ਸਮਝ ਲੈਣਾ ਕਿ ਵਾਸਾ ਹੁਣ ਨਹੀਂ ਹੈ, ਹੁਣ ਸਾਡੇ ਰੱਬ ਅੰਦਰ ਨਹੀਂ ਵਸਦਾ। ਥੋੜੀ ਜਿਹੀ ਗੱਲ ਨੂੰ ਸਮਝ ਲੈਣਾ ਇਸ ਗੱਲ ਨੂੰ। ਯਾਦ ਰੱਖਿਓ, ਜਦੋਂ ਧੀਆਂ ਬੱਚੀਆਂ ਘਰ 'ਚ ਕੋਈ ਸਮਾਨ ਰੱਖਦੀਆਂ ਨੇ ਨਾ, ਤੇ ਸਾਨੂੰ ਭੁਲੇਖਾ ਵੀ ਉਹ ਘਰ 'ਚ ਰੱਖਦੀਆਂ ਨੇ, ਅਸਲ 'ਚ 2 ਥਾਵਾਂ ਤੇ ਰੱਖਦੀਆਂ ਨੇ। ਇੱਕ ਘਰ 'ਚ ਸਮਾਨ ਰੱਖਦੀਆਂ ਨੇ, ਦੂਜਾ ਆਪਣੀ ਸੋਚ ਵਿੱਚ ਰੱਖਦੀਆਂ ਨੇ ਵੀ ਮੈਂ ਕਿਹੜੀ ਚੀਜ਼ ਕਿੱਥੇ ਰੱਖੀ ਹੈ।
ਜਦੋਂ ਘਰ ਚੋਂ ਕੋਈ ਮੰਗਦਾ, ਪੁੱਤ ਮੰਗਦਾ, ਪਤੀ ਮੰਗਦਾ ਕੋਈ ਚੀਜ਼, ਵੀ ਮੈਨੂੰ ਮੇਰੇ ਕੱਪੜੇ ਕਿੱਥੇ ਨੇ, ਉਹ ਰਸੋਈ 'ਚ ਖਲੋਤੀ ਕਹਿ ਦਿੰਦੀ ਹੈ ਧੀ ਬੱਚੀ ਵੀ ਫਲਾਨੀ ਥਾਂ ਤੇ ਪਏ ਨੇ, ਚੁੱਕ ਲਓ, ਕਿਉਂਕਿ ਨਾਲ ਉਹਨੇ ਸੋਚ ਵਿੱਚ ਵੀ ਰੱਖੇ। ਜਿਹੜੀ ਚੀਜ਼ ਸਾਡੀ ਸੋਚ ਵਿੱਚੋਂ ਨਿਕਲ ਜਾਏ, ਭਾਵੇਂ ਮੇਰੇ ਬੋਝੇ 'ਚ ਹੀ ਹੋਵੇ, ਭਾਵੇਂ ਮੇਰੀ ਜੇਬ 'ਚ ਹੀ ਹੋਵੇ, ਪਰ ਮੇਰੀ ਸੋਚ ਵਿੱਚੋਂ ਨਿਕਲ ਗਈ ਤੇ ਉਹਦਾ ਮੈਂ ਸੁੱਖ ਨਹੀਂ ਲੈ ਸਕਦਾ। ਰੱਬ ਸਾਡੇ ਅੰਦਰ ਹੀ ਹੈ, ਪਰ ਅਸੀਂ ਭੁੱਲ ਗਏ। ਅਸੀਂ ਰੱਬ ਗਵਾਇਆ ਨਹੀਂ, ਤਾਂ ਹੀ ਗੁਰਮਤਿ ਕਹਿੰਦੀ ਵੀ ਉਹਨੂੰ ਲੱਭਣ ਦੀ ਲੋੜ ਨਹੀਂ। ਜਿਹੜੀ ਚੀਜ਼ ਗੁਆਚ ਜਾਏ ਉਹਨੂੰ ਲੱਭਣ ਦੀ ਲੋੜ ਹੁੰਦੀ। ਰੱਬ ਗਵਾਇਆ ਨਹੀਂ, ਰੱਬ ਭੁਲਾਇਆ ਹੋਇਆ ਹੈ। ਜਿਹੜੀ ਚੀਜ਼ ਭੁੱਲ ਜਾਏ ਉਹਨੂੰ ਯਾਦ ਕਰਨ ਦੀ ਲੋੜ ਪੈਂਦੀ ਹੈ। ਯਾਦ ਕਰਨਾ ਹੀ ਤਾਂ ਸਿਮਰਨ ਹੈ। ਯਾਦ ਕਰਨਾ ਹੈ, ਰੱਬ ਨੂੰ ਲੱਭਣ ਦੀ ਲੋੜ ਨਹੀਂ। ਜੰਗਲ ਵੇਲਿਆਂ 'ਚ ਕੀ ਕਰਨ ਜਾਣਾ? ਹਜ਼ੂਰ ਦੇ ਬਚਨ ਨੇ, ਹਿਰਦੇ ਕਮਲ ਮੈਂ ਹਰ ਕਾ ਵਾਸ, ਗੁਰ ਮਿਲ ਦਊ ਏਕ ਸਮ ਧਰੈ। ਗੁਰੂ ਕੋਲ ਆਵਾਂਗੇ, ਗੁਰੂ ਇਹੋ ਜਿਹੀ ਮੱਤ ਦਿੰਦਾ ਹੈ, ਗੁਰ ਮਿਲ, ਗੁਰੂ ਨਾਲ ਮਿਲ ਕੇ ਦੋਨੇ ਚੀਜ਼ਾਂ ਨੂੰ ਏਕ ਸਮ ਧਰੈ, ਇੱਕ ਬਰਾਬਰ ਕਰ ਲੈਂਦਾ। ਕਿਹੜੀਆਂ? ਆਪਣੇ ਆਤਮਾ ਨੂੰ ਵੀ ਤੇ ਪਰਮਾਤਮਾ ਨੂੰ। ਜਿਹਨੇ ਆਪਣੇ ਅੰਦਰ ਮਹਿਸੂਸ ਕਰ ਲਿਆ ਰੱਬ ਨੂੰ, ਉਹ ਦੂਜਿਆਂ 'ਚ ਵੀ ਫਿਰ ਉਸੇ ਨੂੰ ਦੇਖਦਾ ਹੈ। ਸਾਰਿਆਂ 'ਚ ਰੱਬ ਨੂੰ ਦੇਖਦਾ ਹੈ। ਕਿਸੇ ਨਾਲ ਬੁਰਾ ਵਿਹਾਰ ਕਿਉਂ ਕਰੇਗਾ? ਮਾੜਾ ਵਿਹਾਰ ਕਿਸੇ ਨਾਲ ਕਿਉਂ ਕਰੇਗਾ? ਉਹਨੂੰ ਰੱਬ ਦੀ ਭੈ ਭਾਵਨੀ, ਰੱਬ ਦਾ ਅਦਬ ਸਤਿਕਾਰ, ਉਹਨੂੰ ਪਤਾ ਮੇਰਾ ਮਾਲਕ ਤਾਂ ਇੱਥੇ ਵੀ ਬੈਠਾ ਹੈ। ਬੁਰਾਈਆਂ ਬੰਦਾ ਕਰਦਾ ਹੀ ਉਦੋਂ ਹੈ ਜਦੋਂ ਉਹਨੂੰ ਇਹ ਅਹਿਸਾਸ ਨਹੀਂ ਹੁੰਦਾ ਵੀ ਮੇਰਾ ਮਾਲਕ ਮੇਰੇ ਨਾਲ ਹੈ। ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੇ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੇ। ਉੱਥੇ ਅੰਦਰ ਬੈਠਾ ਵੇਖਦਾ ਹੈ ਨਾ। ਸਾਹਿਬ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਗੁਰ ਮਿਲ ਦਊ ਏਕ ਸਮ ਧਰੈ। ਉਹ ਦੋਨਾਂ ਨੂੰ ਮਿਲਾ ਕੇ ਇੱਕੋ ਜਿਹੇ ਬਰਾਬਰ ਰੱਖ ਲੈਂਦਾ। ਉਰਦ ਪੰਕ ਲੈ ਸੁਧਾ ਕਰੈ। ਜਿਹੜਾ ਉਹਦਾ ਮਨ ਪੁੱਠਾ ਹੋਇਆ ਪਿਆ, ਭਾਵ ਰੱਬ ਦੇ ਰਾਹ 'ਤੇ ਤੁਰਨ ਦੀ ਬਜਾਏ ਮਾਇਆ ਵਿਕਾਰਾਂ ਦੀ ਪਕੜ ਵਿੱਚ ਹੈ, ਉਹ ਇੱਧਰੋਂ ਫਿਰ ਪੁੱਠਾ ਹੋ ਕੇ ਗੁਰੂ ਵਾਲੇ ਪਾਸੇ ਨੂੰ, ਮਾਲਕ ਦੇ ਵਾਲੇ ਪਾਸੇ ਨੂੰ, ਸਾਈਂ ਵਾਲੇ ਪਾਸੇ ਨੂੰ ਲੱਗ ਜਾਂਦਾ ਹੈ। ਬੁਰੇ ਪਾਸੇ ਨੂੰ ਛੱਡ ਦਿੰਦਾ ਹੈ, ਗੁਰੂ ਚਰਨਾਂ ਵਿੱਚ ਜੁੜ ਜਾਂਦਾ ਹੈ। ਆਓ ਪਿਆਰ ਵਾਲਿਓ, ਬੁੱਧਵਾਰ ਮੈਂ ਹਰ ਰੋਜ਼ ਤੁਹਾਡੇ ਨਾਲ ਬੇਨਤੀ ਕਰਦਾ ਆ ਰਿਹਾ, ਭਰਮ ਨੇ ਕਦੇ ਸਾਥ ਨਹੀਂ ਨਿਭਣਾ। ਮੰਨ ਲਓ ਰਸਤੇ 'ਚ ਡਰ ਗਏ, ਪਈ ਰੱਸੀ ਪਈ ਹੈ, ਇੱਕ ਸੱਪ ਪਿਆ, ਇਹ ਭਰਮ ਹੈ। ਜਦੋਂ ਸੋਟੀ ਲੈ ਕੇ ਹਿਲਾ ਕੇ ਵੇਖਿਆ ਵੀ ਰੱਸੀ ਹੈ ਤੇ ਬੰਦੇ ਨੇ ਚੁੱਕ ਕੇ ਹੱਥ ਨਾਲ ਵਗਾ ਕੇ ਮਾਰੀ। ਭਰਮ ਨੇ ਕਦੇ ਵੀ ਸਦੀਵ ਨਹੀਂ ਨਿਭਣਾ। ਭਰਮ ਤੇ ਜਦੋਂ ਚਾਨਣ ਹੋ ਗਿਆ ਉਦੋਂ ਹੀ ਟੁੱਟ ਜਾਣਾ। ਪਰ ਧਰਮ ਨੇ ਕਦੇ ਟੁੱਟਣਾ ਨਹੀਂ। ਧਰਮ ਨੇ ਸਦੀਵ ਸਾਥ ਨਿਭਣਾ। ਧਰਮ ਅਸਲੀਅਤ ਦਾ ਨਾਂ ਹੈ, ਭਰਮ ਭੁਲੇਖੇ ਦਾ ਨਾਂ ਹੈ। ਸਾਹਿਬ ਜੀ ਆਖਦੇ ਨੇ, ਕਹਿੰਦੇ ਕਿੰਨਾ ਚੰਗਾ ਹੋਵੇ ਜੇ ਬੁੱਧਵਾਰ ਕਿਤੇ ਗੁਰੂ ਦੇ ਆਖੇ ਮਨਾ ਲਵੇਂ, ਗੁਰੂ ਦੇ ਦਿੱਤੇ ਇਸ ਧਰਮ ਦੇ ਅਨੁਸਾਰ ਬਣਾ ਲਵੇ। ਇਹ ਵਿਪਰਵਾਦੀ ਸੋਚ ਦਾ ਭਰਮ ਛੱਡ ਦਵੇਂ। ਸੱਚ ਕਰਕੇ ਜਾਣਿਓ, ਜਿਹੜੇ ਗੁਰੂ ਦਾ ਲੜ ਪਕੜ ਲੈਂਦੇ ਨੇ ਉਹਨਾਂ ਨੂੰ ਜੀਵਨ ਦੀ ਸਫਲਤਾ ਪ੍ਰਾਪਤ ਹੋ ਜਾਂਦੀ। ਇਤਨੀਆਂ ਬੇਨਤੀਆਂ ਕਬੂਲ, ਭੁੱਲਾਂ ਨਾ ਛਟਾਰਦੇ ਹੋਏ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।